ਸਤਿ ਸ਼੍ਰੀ ਅਕਾਲ, स्वागत है सारे ही दर्शकों का। पंजाब इस वेले वेख रहे हो तुसीं ते मैं हाँ गगनदीप सिंह लैके हाजिर हाँ पंजाब इस वेले दे विच पंजाब दीयां ताज़ा खबरां। सब तो पहला सीधा रुख किसानी अंदोलन दे वल करांगे। 26 मार्च का दिन किसानी अंदोलन दे लई वड्डा दिन हो गुजरिया। 26 मार्च के दिन दे विच किसानां दे वल्लों ऐलान किया गया सी कि उन्हां दे वल्लों 4 महीने दिल्ली के बार्डरां दे बैठे संघर्ष नूं लैके पूरे मुल्क दे विच बंद दी कॉल दित्ती गई सी, जिस नूं समर्थन किसानां नूं जरूर मिलिया। पंजाब हरियाणे की गल करिए तो इत्थों समर्थन की गिनती बहुत वड्डे पद्धर के उत्ते सी। उस दे नाल ही मुल्क के बाकी हिस्सों के विच भी बंद की जिहड़ा असर है वह वेखण नूं जरूर मिलिया। उधर गुजरात दे विच एक किसान आगू जो प्रेस कॉन्फ्रेंस कर रहे सी तां उन्हां नूं हिरासत दे विच लिया के आए। पुलिस का तर्क सी कि उन्हां दे वल्लों परमिशन जिहड़ी नहीं लई गई, बिना परमिशन जिहड़ी प्रेस कॉन्फ्रेंस उन्हां दे वल्लों कीती जा रही सी। इस नूं लैके किसान आगू राकेश टिकैत का बयान आया। राकेश टिकैत का कहना है कि इस तरह लगातार किसानां नूं हिरासत दे विच लैना ये शोभदा नहीं। सरकार नूं इस तरह दीयां गल्लां तो गुरेज करना चाहिए। ये तो पूरे देश में कहीं पर नहीं है ये हालात जो आज गुजरात में है। पहली कॉन्फ्रेंस संयुक्त मोर्चे की हुई और प्रेस होते हुए मीडिया के सामने उनको बीच में से उठा के ले जाया गया। ये गिरफ्तारी हुई है, पूर्ण रूप से हम इसकी निंदा करते हैं। और अगर उनको रात तक रिहा नहीं करा गया, और हम 4 और 5 तारीख को हमारी फेयर मीटिंग वहाँ पे है, गुजरात में मीटिंगें करेंगे, गुजरात को आज़ाद करवाएंगे। गुजरात का जो इशू है उन इशू को लेकर आगे चलेंगे, जो वहाँ के जो मामले हैं उसको लेकर आगे बढ़ेंगे। गुजरात में भी किसानों को एमएसपी चाहिए। गुजरात के किसानों को भी देश के किसानों के संगठन के साथ में जोड़ेंगे। गुजरात भी इसी देश का एक हिस्सा है। और जो बार बार हम कहते हैं कि गुजरात में हम जाएंगे तो पूरा इतना सक्रिय होगा कि गुजरात में कोई बाहर का आदमी नहीं जा सकता। ये हालात देश में पैदा नहीं होंगी। गुजरात में जाएंगे, वहाँ के किसानों से बातचीत करेंगे, वहाँ के जो मसले होंगे उन मसलों को उठाएंगे। ਅਸੀਂ ਕਿਸਾਨਾਂ ਦੇ ਹੱਕ ਵਿੱਚ ਸਮਰਥਨ ਕਰਦੇ ਹਾਂ, ਕਿਉਂਕਿ ਜੇ ਕਿਸਾਨ ਹੀ ਨਹੀਂ ਹੋਣਗੇ ਤਾਂ ਫੂਡ ਕਿੱਥੋਂ ਆਉਣਾ। ਕਿਸਾਨਾਂ ਤੋਂ ਬਿਨਾਂ ਇੱਥੇ ਮਾਰਕੀਟ ਚੱਲਣੀ ਬਹੁਤ ਔਖੀ ਹੈ। ਕਿਸਾਨਾਂ ਦੇ ਨਾਲ ਹੀ ਮਾਰਕੀਟ ਚੱਲਦੀ ਹੈ। ਅਸੀਂ ਕਿਸਾਨਾਂ ਦੇ ਨਾਲ ਪੂਰਾ ਸਮਰਥਨ ਕਰਦੇ ਹਾਂ। ਕਿ ਯੂਨੀਅਨ ਵੱਲੋਂ ਕੀ ਫੈਸਲਾ ਕੀਤਾ ਗਿਆ ਆਪਣੇ? ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਪੂਰਾ ਸਮਰਥਨ ਕਿਸਾਨਾਂ ਨੂੰ ਦੇਵਾਂਗੇ ਔਰ ਬੰਦ ਦਾ ਪੂਰਨ ਸਮਰਥਨ ਕਰਦੇ ਹਾਂ। ਆਪਣਾ ਬ੍ਰੈਡ ਦਾ ਹੋਲਸੇਲ ਦਾ ਕੰਮ ਤੇ ਅੱਜ ਜਿਹੜਾ ਕਿਸਾਨਾਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ, ਕਿਵੇਂ ਦੇਖਦੇ ਹੋ ਤੁਸੀਂ? ਅਸੀਂ ਉਹਦਾ ਸਮਰਥਨ ਕਰਦੇ ਹਾਂ ਜੀ। ਅਸੀਂ ਹੁਣ ਕਿਸਾਨ ਨਹੀਂ ਤਾਂ ਕੁਛ ਨਹੀਂ ਆ, ਕਿਸਾਨਾਂ ਦੇ ਨਾਲ ਚੱਲਣਾ, ਜੋ ਕੁਛ ਉਹਨਾਂ ਕਹਿਣਗੇ ਅਸੀਂ ਉਹੀ ਕਰਾਂਗੇ। ਤੇ ਸਰਕਾਰ ਦੇ ਖਿਲਾਫ ਜਿਹੜਾ ਹੈਗਾ, ਕੇਂਦਰ ਸਰਕਾਰ ਦੇ ਖਿਲਾਫ ਧਰਨਾ ਵੀ ਚੱਲ ਰਿਹਾ ਦਿੱਲੀ 'ਚ, ਉਹ ਕਿਵੇਂ ਦੇਖਦੇ? ਸਰਕਾਰ ਸੁਣ ਨਹੀਂ ਰਹੀ। ਅਸੀਂ ਜਦ ਤੱਕ ਉਹ ਚੱਲੂਗਾ ਅਸੀਂ ਵੀ ਉਹਨਾਂ ਦੇ ਨਾਲ ਆ। ਇਹ ਬੰਦ ਰੱਖਿਆ ਜੀ। ਜਿਹੜੇ ਸਾਰੇ ਦੁਕਾਨਾਂ ਨੇ, ਮਾਲ ਨੇ ਔਰ ਜਿਹੜੇ ਸੜਕੀ ਆਵਾਜਾਈ ਹੈ, ਇਹ ਜੀ ਸਾਰਾ ਕੁਝ ਬੰਦ ਕੀਤਾ। ਕੀ ਮੰਗ ਰੱਖੀ ਗਈਆਂ? ਸਾਡੀਆਂ ਮੰਗਾਂ ਨੇ ਜੀ, ਇੱਕ ਤਾਂ ਕਾਲੇ ਕਾਨੂੰਨ ਰੱਦ ਕਰਨ, ਇੱਕ ਜਿਹੜਾ ਮਹਿੰਗਾਈ ਇੰਨੀ ਕੀਤੀ ਹੈ, ਗੈਸ ਸਿਲੰਡਰ, ਪੈਟਰੋਲ ਔਰ ਡੀਜ਼ਲ ਵਗੈਰਾ, ਇਹਦੀਆਂ ਕੀਮਤਾਂ ਅਸਮਾਨੀ ਸੇ ਚੜੀਆਂ। ਸਭ ਤੋਂ ਜ਼ਿਆਦਾ ਤਾਂ ਜਿਹੜਾ ਹੈਗਾ ਜੀ ਕਿਸਾਨੀ ਤੇ ਮਾਰ ਪੈ ਰਹੀ ਹੈ, ਕਿਉਂਕਿ ਜਿਹੜੇ ਕਿਸਾਨੀ ਹੈਗੇ, ਕਿਸਾਨਾਂ ਨੂੰ ਕਿੰਨੇ ਮਹੀਨੇ ਹੋ ਗਏ, 4 ਮਹੀਨੇ ਹੋ ਗਏ, ਤੇ ਦਿੱਲੀ ਬੈਠਿਆਂ ਨੂੰ 2 ਮਹੀਨੇ ਹੋ ਗਏ। ਉਸ ਤੋਂ ਪਹਿਲਾਂ ਇੱਥੇ 4 ਮਹੀਨੇ ਇੱਥੇ ਬੈਠਿਆਂ ਨੂੰ ਵੀ ਹੋ ਗਏ। ਅਸੀਂ ਕਿਸਾਨ ਧਰਨੇ ਤੇ ਇੱਥੇ ਆ ਕੇ ਰੋਜ਼ ਬਹਿਨੇ, ਸਾਨੂੰ 4 ਮਹੀਨੇ ਹੋ ਗਏ। ਦਿੱਲੀ ਵੀ 4 ਮਹੀਨੇ ਹੋ ਗਏ, ਉਹਨਾਂ ਨੂੰ ਬੈਠਿਆਂ ਨੂੰ 2 ਮਹੀਨੇ। ਉਸ ਤੋਂ ਪਹਿਲਾਂ ਤਾਂ ਚੱਲਿਆ ਹੋਇਆ ਜੀ ਇਹ ਸਟਰਗਲ। ਬਈ ਅਸੀਂ ਚਾਹੁੰਦੇ ਹੈਗੇ ਜਿਹੜੇ ਕਿਸਾਨ ਨਹੀਂ ਹੈਗੇ, ਕਿਸਾਨ ਭਰਾ ਵੀਰ ਨੇ ਔਰ ਜਿਹੜੇ ਮਹਿੰਗਾਈ ਦੀ ਮਾਰ ਝੱਲ ਰਹੇ ਨੇ, ਵੀ ਉਹਨਾਂ ਨੂੰ ਇਸ ਗੱਲ ਅਸੀਂ ਜਿਹੜੇ ਕਾਲੇ ਕਾਨੂੰਨ ਹੈਗੇ ਇਹਨਾਂ ਦਾ ਵਿਰੋਧ ਕਰ ਰਹੇ ਹਾਂ। ਇਹ ਕਿਸਾਨ ਸੰਯੁਕਤ ਮੋਰਚੇ ਵੱਲੋਂ 20-22 ਦਿਨ ਪਹਿਲਾਂ ਜਿਹੜਾ ਉਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪਹਿਲਾਂ ਅਸੀਂ ਕਦੇ 2 ਘੰਟੇ ਦਾ, ਕਦੇ 4 ਘੰਟੇ ਦਾ ਜਿਹੜਾ ਉਹ ਭਾਰਤ ਬੰਦ ਆ ਉਹ ਕੀਤਾ। ਉਹ ਤੋਂ ਅਸੀਂ ਤਜਰਬੇ ਤੋਂ ਸਿੱਖਦੇ ਅੱਜ ਪੂਰਾ ਦਿਨ ਆ ਜਿਹੜਾ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੂਰਾ ਭਾਰਤ ਆ ਜਿਹੜਾ ਉਹ ਬੰਦ ਕਰਨਾ ਹੈ। ਉਸੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਰਾ ਬਰਨਾਲਾ ਜਿਹੜਾ ਉਹ ਅੱਜ ਬੰਦ ਕੀਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਰੇਲਵੇ ਲਾਈਨਾਂ ਆ, ਸਾਡੇ ਸਾਥੀ ਤੁਹਾਡੇ ਸਾਹਮਣੇ ਖੜੇ ਆ, ਜਿਨ੍ਹਾਂ ਨੇ ਰੇਲ ਆ ਜਿਹੜੀ 6 ਵਜੇ ਟ੍ਰੇਨ ਆਉਣੀ ਸੀ, ਉਹ ਇੱਥੇ ਤਪੇ ਰੱਖਣ ਲਈ ਮਜਬੂਰ ਆ। ਜਿਹੜਾ ਇੱਥੋਂ ਦੇ ਸਰਕਾਰ ਨੂੰ ਕੀਤਾ ਹੈਗਾ।
ਤੇ ਪੂਰਨ ਭਾਰਤ ਆ ਜਿਹੜਾ ਕੱਲ੍ਹ ਅਸੀਂ ਬਾਜ਼ਾਰ ਦੇ ਵਿੱਚ ਵੀ ਸਾਰੇ ਗੇੜਾ ਦੇ ਕੇ ਆਏ ਹਾਂ। ਪੂਰਾ ਬਾਜ਼ਾਰ ਆ ਜਿਹੜਾ ਉਹ ਵੀ ਬੰਦ ਰਹੂਗਾ ਤੇ ਗੱਡੀ ਵੀ ਕੋਈ ਨਹੀਂ ਚੱਲੇਗੀ, ਨਾ ਹੀ ਬੱਸਾਂ, ਕੋਈ ਟਰੱਕ ਵਗੈਰਾ, ਸਾਰਾ ਕੁਝ ਆ ਜਿਹੜਾ ਉਹ ਬੰਦ ਰੱਖਿਆ ਜਾਊਗਾ। ਇਹ ਬੰਦ ਰੱਖਿਆ ਜੀ। ਜਿਹੜੇ ਸਾਰੇ ਦੁਕਾਨਾਂ ਨੇ, ਮਾਲ ਨੇ ਔਰ ਜਿਹੜੇ ਸੜਕੀ ਆਵਾਜਾਈ ਹੈ, ਇਹ ਜੀ ਸਾਰਾ ਕੁਝ ਬੰਦ ਕੀਤਾ। ਕੀ ਮੰਗਾਂ ਰੱਖੀਆਂ ਗਈਆਂ? ਸਾਡੀਆਂ ਮੰਗਾਂ ਨੇ ਜੀ, ਇੱਕ ਤਾਂ ਕਾਲੇ ਕਾਨੂੰਨ ਰੱਦ ਕਰਨ, ਇੱਕ ਜਿਹੜਾ ਮਹਿੰਗਾਈ ਇੰਨੀ ਕੀਤੀ ਹੈ, ਗੈਸ ਸਿਲੰਡਰ, ਪੈਟਰੋਲ ਔਰ ਡੀਜ਼ਲ ਵਗੈਰਾ, ਇਹਦੀਆਂ ਕੀਮਤਾਂ ਅਸਮਾਨੀ ਸਿਰ ਚੜੀਆਂ। ਸਭ ਤੋਂ ਜ਼ਿਆਦਾ ਤਾਂ ਜਿਹੜਾ ਹੈਗਾ ਜੀ ਕਿਸਾਨੀ ਤੇ ਮਾਰ ਪੈ ਰਹੀ ਹੈ, ਕਿਉਂਕਿ ਜਿਹੜੇ ਕਿਸਾਨੀ ਹੈਗੇ, ਕਿਸਾਨਾਂ ਨੂੰ ਕਿੰਨੇ ਮਹੀਨੇ ਹੋ ਗਏ, 4 ਮਹੀਨੇ ਹੋ ਗਏ, ਤੇ ਦਿੱਲੀ ਬੈਠਿਆਂ ਨੂੰ 2 ਮਹੀਨੇ ਹੋ ਗਏ, ਉਸ ਤੋਂ ਪਹਿਲਾਂ ਇੱਥੇ 4 ਮਹੀਨੇ ਇੱਥੇ ਬੈਠਿਆਂ ਨੂੰ ਵੀ ਹੋ ਗਏ। ਅਸੀਂ ਕਿਸਾਨ ਧਰਨੇ ਤੇ ਇੱਥੇ ਆ ਕੇ ਰੋਜ਼ ਬਹਿਨੇ, ਸਾਨੂੰ 4 ਮਹੀਨੇ ਹੋ ਗਏ। ਦਿੱਲੀ ਵੀ 4 ਮਹੀਨੇ ਹੋ ਗਏ, ਉਹਨਾਂ ਨੂੰ ਬੈਠਿਆਂ ਨੂੰ 2 ਮਹੀਨੇ, ਉਸ ਤੋਂ ਪਹਿਲਾਂ ਦਾ ਚੱਲਿਆ ਹੋਇਆ ਜੀ ਇਹ ਸਟਰਗਲ। ਭਈ ਅਸੀਂ ਚਾਹੁੰਦੇ ਹੈਗੇ ਜਿਹੜੇ ਕਿਸਾਨ ਨਹੀਂ ਹੈਗੇ, ਕਿਸਾਨ ਭਰਾ ਵੀਰ ਨੇ ਔਰ ਜਿਹੜੇ ਮਹਿੰਗਾਈ ਦੀ ਮਾਰ ਝੱਲ ਰਹੇ ਨੇ, ਭਈ ਉਹਨਾਂ ਨੂੰ ਇਸ ਗੱਲ ਅਸੀਂ ਜਿਹੜੇ ਕਾਲੇ ਕਾਨੂੰਨ ਹੈਗੇ ਇਹਨਾਂ ਦਾ ਵਿਰੋਧ ਕਰ ਰਹੇ ਹਾਂ। ਉਧਰ ਕੋਰੋਨਾ ਦੇ ਤਾਜ਼ਾ ਅੰਕੜੇ ਲਗਾਤਾਰ ਵਧਦੇ ਜਾ ਰਹੇ ਨੇ। ਇਨ੍ਹਾਂ ਚਿੰਤਾਜਨਕ ਹਾਲਾਤਾਂ ਦੇ ਵਿੱਚ ਸਰਕਾਰ ਵੀ ਲਗਾਤਾਰ ਸਖਤੀ ਦੀਆਂ ਗੱਲਾਂ ਕਰ ਰਹੀ ਹੈ। ਇਸ ਦਰਮਿਆਨ ਕੋਵਿਡ ਦੇ ਅਪਡੇਟ ਕੀ ਨੇ? ਤਾਜ਼ਾ ਅਪਡੇਟਾਂ ਦੇ ਲਈ ਸਿੱਧਾ ਚੱਲਦੇ ਹਾਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੁਣਾਂ ਦੇ ਵੱਲ। ਡੱਲਾ ਸਾਹਿਬ, ਤਾਜ਼ੇ ਅਪਡੇਟ ਕੀ ਆ ਰਹੇ ਨੇ ਜੋ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ ਦੇ ਅਧਿਕਾਰਿਕ ਅੰਕੜੇ ਨੇ, ਉਹਨਾਂ ਅੰਕੜਿਆਂ ਦੇ ਉੱਤੇ ਜ਼ਰੂਰ ਰੁਕ ਕਰਾਂਗੇ। ਦੇਖੋ, ਨਿਸ਼ਚਿਤ ਤੌਰ ਦੇ ਉੱਤੇ ਗਗਨ, ਕੋਵਿਡ ਦੀ ਸਥਿਤੀ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਚਿੰਤਾ ਵੱਲ ਇਸ਼ਾਰਾ ਕਰ ਰਹੀ ਹੈ। ਸਾਨੂੰ ਸਾਰਿਆਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ। ਔਰ 3176 ਕੇਸ ਨੇ ਜਿਹੜੇ ਕੱਲ੍ਹ 26 ਮਾਰਚ ਨੂੰ ਆਏ ਨੇ। ਸੋ ਅਸੀਂ ਤਾਂ ਇੱਕੋ ਘਰ 'ਚ ਰਹਿੰਦੇ ਹਾਂ, ਇੱਕੋ ਫਲੈਟ 'ਚ ਰਹਿੰਦੇ ਹਾਂ ਗਗਨ, ਇੱਕੋ ਇਮਾਰਤ 'ਚ ਰਹਿੰਦੇ ਹਾਂ, ਪਰ ਬਾਹਰ ਜਦੋਂ ਵੀ ਅਸੀਂ ਜਾਂਦੇ ਹਾਂ ਅਸੀਂ ਵੀ ਮਾਸਕ ਪਾ ਕੇ ਜਾਂਦੇ ਹਾਂ। ਸੋ ਆਪਾਂ ਜਦੋਂ ਵੀ ਬਾਹਰ ਜਾਈਏ ਤਾਂ ਜ਼ਰੂਰ ਮਾਸਕ ਪਾ ਕੇ ਨਿਕਲੀਏ, ਸਾਰੇ ਨਿਯਮਾਂ ਦੀ ਪਾਲਣਾ ਕਰੀਏ। 3176 ਕੇਸ ਕੱਲ੍ਹ ਪੋਜ਼ੀਟਿਵ ਆ ਗਏ ਇੱਕੋ ਦਿਨ 'ਚ 26 ਮਾਰਚ ਨੂੰ। ਔਰ 26 ਮਾਰਚ ਨੂੰ 59 ਲੋਕ 59 ਦੁਨੀਆ ਤੋਂ ਚਲੇ ਗਏ ਪੰਜਾਬ 'ਚੋਂ। ਦੇਖੋ ਇਹ ਕਿੱਡਾ ਵੱਡਾ ਅੰਕੜਾ ਹੈ ਗਗਨ। 4 ਅੰਮ੍ਰਿਤਸਰ 'ਚ ਦੁਨੀਆ ਤੋਂ ਵਿਦਾ ਹੋ ਗਏ, ਬਠਿੰਡੇ 4, ਫਰੀਦਕੋਟ 1, ਜਲੰਧਰ 'ਚ 14, ਹੁਸ਼ਿਆਰਪੁਰ 'ਚ 14, ਗੁਰਦਾਸਪੁਰ 'ਚ 1, ਕਪੂਰਥਲਾ 4, ਲੁਧਿਆਣਾ 'ਚ 5, ਮੋਹਾਲੀ 'ਚ 1, ਸ਼ਹੀਦ ਭਗਤ ਸਿੰਘ ਨਗਰ 4, ਸੰਗਰੂਰ 2, ਰੋਪੜ 1, ਪਟਿਆਲਾ 3, ਤਰਨਤਾਰਨ 1। 59 ਲੋਕ ਦੁਨੀਆ ਤੋਂ ਵਿਦਾ ਹੋ ਗਏ। ਔਰ ਹੁਸ਼ਿਆਰਪੁਰ 'ਚ ਵੀ 14, ਹੁਸ਼ਿਆਰਪੁਰ ਤੇ ਜਲੰਧਰ 'ਚ 28 ਹੋ ਗਏ। ਦੇਖੋ 2 ਜ਼ਿਲ੍ਹਿਆਂ 'ਚ ਹੀ 14 ਪਾ ਕੇ। ਔਰ 3176 ਕੱਲ੍ਹ ਨਵੇਂ ਪੋਜ਼ੀਟਿਵ ਆਏ, 395 ਇਕੱਲੇ ਲੁਧਿਆਣੇ 'ਚ, ਔਰ 494 ਪੋਜ਼ੀਟਿਵ ਆਏ ਜਲੰਧਰ ਤੋਂ, ਔਰ ਪਟਿਆਲੇ ਤੋਂ 285 ਪੋਜ਼ੀਟਿਵ ਆਏ, ਮੋਹਾਲੀ 'ਚ 409 ਪੋਜ਼ੀਟਿਵ ਆਏ, ਅੰਮ੍ਰਿਤਸਰ 'ਚ 304 ਪੋਜ਼ੀਟਿਵ ਆਏ, ਗੁਰਦਾਸਪੁਰ 144 ਪੋਜ਼ੀਟਿਵ ਆਏ, ਬਠਿੰਡਾ 84, ਹੁਸ਼ਿਆਰਪੁਰ 202, ਫਿਰੋਜ਼ਪੁਰ 32, ਪਠਾਨਕੋਟ 3, ਸੰਗਰੂਰ 46, ਕਪੂਰਥਲਾ 327, ਫਰੀਦਕੋਟ 46, ਮੁਕਤਸਰ 37, ਫਾਜ਼ਿਲਕਾ 41, ਮੋਗਾ 34, ਰੋਪੜ 66, ਫਤਿਹਗੜ੍ਹ ਸਾਹਿਬ 48, ਬਰਨਾਲਾ 12, ਤਰਨਤਾਰਨ 54, ਸ਼ਹੀਦ ਭਗਤ ਸਿੰਘ ਨਗਰ 92 ਤੇ ਮਾਨਸਾ 'ਚ 26। ਸੋ ਇਹ ਸਥਿਤੀਆਂ ਨੇ। ਸੋ ਦੁਆਬੇ ਦਾ ਜਿਹੜਾ ਹਿੱਸਾ ਹੈ, ਜਲੰਧਰ, ਕਪੂਰਥਲਾ, ਲੁਧਿਆਣਾ, ਹੁਸ਼ਿਆਰਪੁਰ, ਇਹ ਇਲਾਕੇ ਨੇ ਜਿਹੜੇ, ਇਹਨਾਂ 'ਚ ਬਹੁਤ ਜ਼ਿਆਦਾ। ਮਾਲਵਾ ਵੀ ਆ ਗਿਆ ਵਿੱਚ, ਦੁਆਬਾ ਤੇ ਮਾਝਾ ਸਾਰੇ ਹੀ ਹੋ ਗਏ। ਇਹ ਹਿੱਸਾ ਦੁਆਬਾ ਆ ਗਿਆ, ਕਪੂਰਥਲਾ ਦੁਆਬੇ 'ਚ, ਅੰਮ੍ਰਿਤਸਰ ਚਲੋ ਮਾਝੇ 'ਚ ਆ ਗਿਆ। ਸੋ ਜ਼ਰੂਰ ਸਾਡੇ ਲਈ ਇਹ ਚਿੰਤਾ ਵਾਲੀਆਂ ਸਥਿਤੀਆਂ ਨੇ ਔਰ ਸਾਨੂੰ ਪੂਰੇ ਨਿਯਮਾਂ ਦਾ ਪਾਲਣਾ ਕਰਨਾ ਚਾਹੀਦਾ ਹੈ ਔਰ ਬਚਾਅ ਰੱਖਣਾ ਚਾਹੀਦਾ ਹੈ। ਕਿਸੇ ਨੂੰ ਵੀ ਅਗਰ ਬੁਖਾਰ ਹੋਵੇ ਮਾਮੂਲੀ ਜਿਹਾ ਵੀ, ਆਪਣੇ ਆਪ ਨੂੰ ਘਰ 'ਚ ਅਲੱਗ ਕਮਰੇ 'ਚ ਰੱਖੋ ਔਰ ਬਾਕੀ ਪਰਿਵਾਰ ਤੋਂ ਦੂਰ ਰਹੋ। ਖਾਣਾ ਪੀਣਾ ਆਪਣਾ ਅਲੱਗ ਕਰੋ। ਪਰਿਵਾਰ ਨੂੰ ਕਹੋ ਦਰਵਾਜ਼ੇ ਦੇ ਬੂਹੇ 'ਤੇ ਖਾਣਾ ਰੱਖ ਦੇਣ, ਆਪਣਾ ਚੱਕ ਕੇ ਖਾਓ। ਆਪ ਭਾਂਡੇ ਮਾਂਜ ਕੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਸਪੁਰਦ ਕਰ ਦਿਓ ਔਰ ਬਚਾਅ ਰੱਖੋ। ਇਹੀ ਜਿਹੜਾ ਹੈਗਾ ਇਹ ਬਚਾਅ ਹੈ। ਔਰ ਆਪਣੀ ਖੁਰਾਕ ਦਾ ਜਿਹੜਾ ਖਿਆਲ ਜ਼ਰੂਰ ਰੱਖੋ। ਤੇ ਉਧਰ ਦੂਜੇ ਪਾਸੇ ਕਿਸਾਨਾਂ ਨੂੰ ਸਮਰਥਨ, ਕਿਸਾਨਾਂ ਦੇ ਬੰਦ ਨੂੰ ਸਮਰਥਨ ਸਿਆਸੀ ਧਿਰਾਂ ਦੇ ਵੱਲੋਂ ਵੀ ਦਿੱਤਾ ਗਿਆ। ਲਗਾਤਾਰ ਜੰਤਰ ਮੰਤਰ ਦੇ ਉੱਤੇ ਧਰਨੇ ਦੇ ਉੱਤੇ ਬੈਠੇ ਨੇ ਪੰਜਾਬ ਦੇ ਸੰਸਦ ਅਤੇ ਵਿਧਾਇਕ, ਇਹਨਾਂ ਦੇ ਵੱਲੋਂ ਵੀ ਉੱਥੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਹੈ। ਇਸ ਦਰਮਿਆਨ ਗੁਰਜੀਤ ਔਜਲਾ ਨੇ ਵੀ ਬਿਆਨ ਦਿੱਤਾ ਹੈ ਤੇ ਨਾਲ ਹੀ ਕੁਲਬੀਰ ਜੀਰਾ ਤਾਂ ਕੇਜਰੀਵਾਲ ਦੇ ਉੱਤੇ ਹੀ ਵਰ ਗਏ। ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਕਿਸਾਨ ਪੰਚਾਇਤਾਂ ਕਰਨ ਵਾਲੇ ਦਿੱਲੀ ਦੇ ਵਿੱਚ ਕਿਸਾਨਾਂ ਦਾ ਸਾਥ ਕਿਉਂ ਨਹੀਂ ਦਿੰਦੇ। ਅੱਜ ਜਿਹੜੀ ਬੰਦ ਦੀ ਕਾਲ ਸੀ, ਅੱਜ ਪੂਰਨ ਤੌਰ ਤੇ ਜਿਹੜੇ ਕਿਸਾਨ ਦੇ ਨਾਲ ਮੁਹੱਬਤ ਰੱਖਦੇ ਆ ਉਹਨਾਂ ਨੇ ਧਰਨੇ ਵੀ ਲਾਏ ਆ, ਉਹਨਾਂ ਬੰਦ ਵੀ ਕੀਤਾ। ਤੁਸੀਂ ਹੁਣ ਦਿੱਲੀ 'ਚ ਦੇਖ ਲਓ, ਮੇਲਾ ਜੁਲਿਆ ਅਸਰ ਤੁਸੀਂ ਦਿੱਲੀ ਨੂੰ ਦੇਖ ਕੇ ਕਹਿ ਰਹੇ ਜੇ ਨਾ। ਦਿੱਲੀ ਦੇ ਵਿੱਚ
ਕੇਜਰੀਵਾਲ ਜੀ ਦੀ ਸਰਕਾਰ ਹੈ। ਇੱਕ ਧਰਨਾ ਸਿਰਫ ਹੈ, ਉਹ ਤੁਹਾਡਾ ਇੱਥੇ ਜੰਤਰ ਮੰਤਰ ਵਿਖੇ 110 ਦਿਨ ਹੋ ਗਏ ਆ, ਮੈਂਬਰ ਪਾਰਲੀਮੈਂਟ ਸਾਹਿਬ ਤੇ ਨਾਲ ਐਮਐਲਏ ਸਾਹਿਬ ਅਸੀਂ ਦੇ ਰਹੇ ਹਾਂ ਸਾਰੇ ਇੱਥੇ। ਤੁਸੀਂ ਇਹ ਦੇਖੋ ਕਿ ਇੰਨੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਜਿਹੜੇ 400 ਕਿਲੋਮੀਟਰ ਕਦੀ ਤੇ ਯੂਪੀ ਨੂੰ ਚਲੇ ਜਾਂਦੇ ਆ, ਕਦੀ ਪੰਜਾਬ ਨੂੰ ਚਲੇ ਜਾਂਦੇ, ਕਦੀ ਹਰਿਆਣੇ ਚਲੇ ਜਾਂਦੇ, ਕਦੀ ਉੱਤਰਾਖੰਡ ਜਾਂਦੇ ਆ। ਆਪਣੀ ਦਿੱਲੀ ਦੇ ਵਿੱਚ ਉਹਨਾਂ ਦਾ ਇੱਕ ਵੀ ਧਰਨਾ ਕੇਂਦਰ ਸਰਕਾਰ ਦੇ ਵਿਰੋਧ 'ਚ ਨਹੀਂ ਹੈਗਾ। ਸਰਕਾਰ ਇੱਥੇ ਹੈ, ਜਾ ਕੇ ਦਿੱਲੀ ਉੱਥੇ ਕਹਿੰਦੇ ਅਸੀਂ ਵਿਰੋਧ ਕਰ ਰਹੇ ਹਾਂ, ਕਿਸਾਨਾਂ ਦੇ ਹੱਕ 'ਚ ਹਾਂ ਜੀ। ਕੰਮ ਕਿੱਥੇ ਕਰਨ ਜਾਂਦੇ ਆ? ਗਾਜੀਪੁਰ ਸਿੰਘੂ ਜਿੰਨੀ ਵਾਰੀ ਵੀ ਬੰਦ ਹੋਇਆ, ਇੱਕ ਦਿਨ ਵੀ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਦਿੱਲੀ 'ਚ ਬੰਦ ਨਹੀਂ ਰੱਖਿਆ, ਜਦ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਅਮੈਂਡਮੈਂਟ ਹੋਈ ਹੈ, ਉਹ ਸਭ ਤੋਂ ਵੱਧ ਅਸਰ ਉਹਦਾ ਆਮ ਨਾਗਰਿਕ ਦੇ, ਸਧਾਰਨ ਲੋਕਾਂ ਦੇ ਉੱਤੇ ਪੈਣਾ, ਜਿਨ੍ਹਾਂ ਦਾ ਕਿਸਾਨੀ ਦੇ ਨਾਲ ਦੂਰ ਦਾ ਵੀ ਵਾਸਤਾ ਹੈ ਨਹੀਂਗਾ। ਜਿੱਦਾਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਆਪਣੇ ਆਪ ਵਧਦੀਆਂ ਜਾ ਰਹੀਆਂ ਨਾ, ਉਹ ਐਕਟ ਦੇ ਲਾਗੂ ਹੋਣ ਦੇ ਨਾਲ ਜਿਹੜਾ ਕਰਿਆਨੇ ਨਾਲ ਜੁੜਿਆ ਜਿੰਨਾ ਵੀ ਸਮਾਨ ਹੈ, ਰਸੋਈ ਘਰ ਦਾ ਸਮਾਨ, ਉਹਦੀਆਂ ਕੀਮਤਾਂ ਵੀ ਉਹਨਾਂ ਨੇ ਆਪਣੇ ਆਪ ਹੀ ਵਧਾਉਣੀਆਂ ਨੇ। 100 ਰੁਪਏ ਕਿਲੋ ਆਟਾ ਹੋਏਗਾ। ਇਹ ਤੁਸੀਂ ਆਉਣ ਵਾਲੇ ਸਮੇਂ 'ਚ ਦੇਖ ਲਿਓ। ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਅੱਜ 4 ਮਹੀਨੇ ਤੋਂ ਉੱਪਰ ਹੋ ਗਿਆ ਕਿ ਸਾਡੇ ਜਿਹੜੇ ਕਿਸਾਨ ਭਰਾ ਜਿਹੜੇ ਦਿੱਲੀ ਦੀਆਂ ਹੱਦਾਂ ਤੇ ਆਣ ਕੇ ਬੈਠੇ, ਔਰ ਦੂਜੇ ਬੰਨੇ ਵੇਖੋ ਕਿ ਇਹ ਜਿਹੜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਚੱਲ ਰਹੇ ਆ, ਉੱਥੇ ਰੋਜ਼ ਨਰਿੰਦਰ ਮੋਦੀ ਜੀ ਜਾਂਦੇ ਨੇ, ਉੱਥੇ ਰੋਜ਼ ਅਮਿਤ ਸ਼ਾਹ ਜੀ ਜਾਂਦੇ ਨੇ, ਪਰ ਇਹ ਆ ਕਿ ਕਿਸਾਨਾਂ ਦੀ ਗੱਲ ਜਿਹੜੀ ਹੈ ਕਿ ਉਹ ਨਹੀਂ ਸੁਣੀ ਜਾ ਰਹੀ। ਔਰ ਕੁੰਭ ਕਰਨੀ ਨੀਂਦ ਜਿਹੜੀ ਆ, ਇਹ ਸਰਕਾਰ ਸੁੱਤੀ ਆ। ਇਹ ਕੁੰਭ ਕਰਨੀ ਨੀਂਦ ਜਗਾਉਣ ਲਈ ਅੱਜ ਜਿਹੜਾ ਪੂਰਾ ਭਾਰਤ ਜਿਹੜਾ ਕਿ ਬੰਦ ਦਾ ਸਮਰਥਨ ਕਰ ਰਿਹਾ, ਔਰ ਇਹਨਾਂ ਨੂੰ ਜਿੰਨਾ ਚਿਰ ਕਿਸਾਨਾਂ ਦੇ ਨਾਲ ਬੈਠ ਕੇ ਕੋਈ ਪ੍ਰੋਪਰ ਮੀਟਿੰਗ ਨਹੀਂ ਕੀਤੀ ਜਾਂਦੀ, ਉਹਨਾਂ ਚਿਰ ਇਹ ਤਿੰਨੇ ਕਾਲੇ ਕਾਨੂੰਨਾਂ ਦਾ ਜਿਹੜਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲ ਸਕਦਾ। ਜਿੰਨੀ ਯਾਰ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ, ਚਾਹੇ ਉਹ ਭਾਰਤ ਬੰਦ ਹੋਵੇ, ਚਾਹੇ ਕੋਈ ਹੋਰ ਕਾਲ ਹੋਵੇ, ਤਾਂ ਮੈਂ ਇੱਕ ਚੀਜ਼ ਵੇਖੀ ਹੈ ਕਿ ਕੇਜਰੀਵਾਲ ਦਾ ਚਿਹਰਾ ਜਿਹੜਾ ਕਿ ਨੰਗਾ ਹੋਇਆ ਹੈ। ਔਰ ਤੁਸੀਂ ਵੀ ਦੇਖਿਆ, ਤੁਸੀਂ ਬਾਜ਼ਾਰਾਂ ਦੇ ਵਿੱਚ ਤੁਸੀਂ ਮੇਰੇ ਨਾਲ ਆਣ ਕੇ ਗੱਲ ਕੀਤੀ ਕਿ ਅੱਜ ਬਾਜ਼ਾਰ ਖੁੱਲ੍ਹੇ ਨੇ, ਔਰ ਮੈਂ ਕੇਜਰੀਵਾਲ ਸਾਹਿਬ ਪੁੱਛਣਾ ਚਾਹੁੰਦਾ ਕਿ ਬਾਗੇ ਪੁਰਾਣੇ ਜਾ ਕੇ ਤੁਸੀਂ ਕਿਸਾਨਾਂ ਦਾ ਸਮਰਥਨ ਕਰ ਸਕਦੇ ਹੋ, ਜਦੋਂ ਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਤੁਹਾਡੀ ਦਿੱਲੀ ਆਣ ਕੇ ਬੈਠੇ ਨੇ। ਦਿੱਲੀ ਦੇ ਵਿੱਚ ਤੁਸੀਂ ਉਹਨਾਂ ਦਾ ਸਮਰਥਨ ਨਹੀਂ ਕਰਦੇ, ਦਿੱਲੀ ਦੇ ਵਿੱਚ ਤੁਸੀਂ ਨਰਿੰਦਰ ਮੋਦੀ ਦਾ ਸਮਰਥਨ ਕਰਦੇ ਹੋ। ਇਹ ਦੋਗਲੀ ਨੀਤੀ ਜਿਹੜੀ ਉਹ ਤੁਹਾਨੂੰ ਛੱਡਣੀ ਪਏਗੀ, ਨਹੀਂ ਤਾਂ ਲੋਕ ਜਿਹੜੇ ਆ ਉਹ ਤੁਹਾਡਾ ਪੰਜਾਬ ਵੜਨਾ ਬੰਦ ਕਰ ਦੇਣਗੇ। ਮੁਖਤਿਆਰ ਅੰਸਾਰੀ ਬੀਤੇ ਦਿਨਾਂ ਤੋਂ ਅਜਿਹਾ ਚਰਚਿਤ ਨਾਮ ਰਿਹਾ ਹੈ। ਇਸ ਨਾਮ ਨੂੰ ਜੇਕਰ ਯੂਪੀ ਵਰਗੇ ਸੂਬੇ ਦੇ ਵਿੱਚ ਵੇਖਿਆ ਜਾਵੇ, ਇੱਕ ਪਾਸੇ ਜਿੱਥੇ ਸਿਆਸਤਦਾਨ ਦੇ ਤੌਰ ਦੇ ਉੱਤੇ ਵੇਖਿਆ ਜਾਂਦਾ ਹੈ, ਉੱਥੇ ਹੀ ਇਸ ਦੇ ਉੱਤੇ ਕਈ ਤਰ੍ਹਾਂ ਦੇ ਪਰਚੇ ਵੀ ਚੱਲ ਰਹੇ ਨੇ। ਮੁਖਤਿਆਰ ਅੰਸਾਰੀ ਇਨੀ ਦਿਨੀ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਸ ਨੂੰ ਲੈ ਕੇ ਵੀ ਪੰਜਾਬ ਦੀ ਸਿਆਸਤ ਕਿਤੇ ਨਾ ਕਿਤੇ ਆਮੋ ਸਾਹਮਣੇ ਹੋਈ ਸੀ। ਹੁਣ ਮੁਖਤਿਆਰ ਅੰਸਾਰੀ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਆਇਆ ਹੈ ਤੇ ਹੁਣ ਇਸ ਗੱਲ ਨੂੰ ਹੁਕਮ ਹੋਏ ਨੇ ਕਿ ਮੁਖਤਿਆਰ ਅੰਸਾਰੀ ਨੂੰ ਯੂਪੀ ਪੁਲਿਸ ਨੂੰ ਸੌਂਪਿਆ ਜਾਣਾ ਹੈ। ਇਸ ਦੇ ਉੱਤੇ ਵੀ ਸਿਆਸਤ ਹੈ ਪੰਜਾਬ ਦੇ ਵਿੱਚ। ਵੱਖ-ਵੱਖ ਧਿਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁਖਤਿਆਰ ਅੰਸਾਰੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਸੀ। ਉਧਰ ਦੂਜੇ ਪਾਸੇ ਇਸ ਗੱਲ ਦਾ ਜਵਾਬ ਕੁਲਬੀਰ ਸਿੰਘ ਜੀਰਾ ਨੇ ਵੀ ਦਿੱਤਾ ਹੈ ਕਿ ਕੁਝ ਕੁਲਬੀਰ ਸਿੰਘ ਜੀਰਾ ਕਹਿ ਰਹੇ ਨੇ ਅਤੇ ਵਿਰੋਧੀ ਧਿਰਾਂ ਦਾ ਇਸ ਦੇ ਉੱਤੇ ਕੀ ਪੱਖ ਆ ਉਹ ਵੀ ਸੁਣਾਵਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਸੁਪਰੀਮ ਕੋਰਟ, ਕਿਉਂਕਿ ਸਾਡੀ ਉੱਚ ਅਦਾਲਤ ਆ, ਔਰ ਸੁਪਰੀਮ ਕੋਰਟ ਦੇ ਫੈਸਲੇ ਦਾ ਜਿਹੜਾ ਹੈ ਕਿ ਸਾਨੂੰ ਸਵਾਗਤ ਕਰਨਾ ਚਾਹੀਦਾ। ਔਰ ਕਿਉਂਕਿ ਜੇ ਸੁਪਰੀਮ ਕੋਰਟ ਨੇ ਕੋਈ ਫੈਸਲਾ ਲਿਆ ਤੇ ਬੜਾ ਸੋਚ ਸਮਝ ਕੇ ਲਿਆ ਹੋਊਗਾ, ਕਿਉਂਕਿ ਪਹਿਲਾ ਫੈਸਲਾ ਵੀ ਜਿਹੜਾ ਸੀਗਾ ਉਹ ਕੋਰਟ ਦਾ ਹੀ ਸੀ ਕਿ ਜਿਹਦੇ ਕਰਕੇ ਉਹਨਾਂ ਨੂੰ ਪੰਜਾਬ ਰੋਪੜ ਦੇ ਵਿੱਚ ਰੱਖਿਆ ਗਿਆ ਸੀ। ਔਰ ਹੁਣ ਵੀ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਲਿਆ, ਔਰ ਜਿਹੜੀ ਗੱਲ ਉਹਨਾਂ ਦੇ ਪਰਿਵਾਰ ਨੂੰ ਇੱਕ ਸ਼ੰਕਾ ਹੈ, ਕਿਉਂਕਿ ਜਿਵੇਂ ਪਿੱਛੇ ਜੇ ਇੱਕ ਇਹਨਾਂ ਨੇ ਗੈਂਗਸਟਰ ਨੂੰ ਜਿਵੇਂ ਕਿ ਗੱਡੀ ਪਲਟ ਕੇ ਕੋਈ ਇਹੋ ਜਿਹਾ ਨੁਕਸਾਨ ਪਹੁੰਚਾਇਆ, ਤਾਂ ਮੈਂ ਗੱਲ ਕਹਿਣਾ ਕਿ ਇਸ ਦੀ ਜ਼ਿੰਮੇਵਾਰੀ ਜਿਹੜੀ ਆ ਕਿ ਉਹ ਸੈਂਟਰ ਗਵਰਨਮੈਂਟ ਦੀ ਬਣਦੀ ਆ, ਔਰ ਸੈਂਟਰ ਜਿਹੜੀ ਪੁਲਿਸ ਦੀ ਬਣਦੀ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਪੰਜਾਬ ਤੋਂ ਲੈ ਕੇ ਜਿਨ੍ਹਾਂ ਨੇ ਉਹਨਾਂ ਨੂੰ ਯੂਪੀ ਦੇ ਵਿੱਚ ਜਿਨ੍ਹਾਂ ਨੇ ਸ਼ਿਫਟ ਕਰਨਾ। 10 ਦਿਨਾਂ ਦੇ ਅੰਦਰ ਪੰਜਾਬ ਸਰਕਾਰ ਇਸ ਗੈਂਗਸਟਰ ਨੂੰ ਯੂਪੀ ਸਰਕਾਰ ਦੇ ਹਵਾਲੇ ਕਰੇ। ਸੋ ਮੈਂ ਸਮਝਦਾ ਹੁਣ ਜਾਂਚ ਹੋਣੀ ਚਾਹੀਦੀ ਆ, ਪੰਜਾਬ ਸਰਕਾਰ ਦੀ, ਕੈਪਟਨ ਸਾਹਿਬ ਦੀ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਹੋਮ ਮਿਨਿਸਟਰ ਨੇ ਕਿ ਪੰਜਾਬ ਦੇ ਜੇਲ੍ਹ ਮਿਨਿਸਟਰ ਰੰਧਾਵਾ ਸਾਹਿਬ ਨੇ, ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕਿ ਉਹਨਾਂ ਦੇ ਇਸ ਗੈਂਗਸਟਰ ਨਾਲ ਕੀ ਸੰਬੰਧ ਨੇ, ਇਸ ਮਾੜੇ ਅਨਸਰ ਨਾਲ ਕੀ ਸੰਬੰਧ ਨੇ, ਇਸ ਸਮਾਜ ਵਿਰੋਧੀ ਅਨਸਰ ਨਾਲ ਕੀ ਸੰਬੰਧ ਨੇ, ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ, ਪੰਜਾਬ ਦਾ ਇਲੈਕਸ਼ਨ ਦੇ ਵਿੱਚ ਮਾਹੌਲ ਖਰਾਬ ਕਰਨ ਦੇ ਲਈ ਕੈਪਟਨ ਸਾਹਿਬ ਨੇ, ਉਹਨਾਂ ਦੇ ਕਲੀਗ ਰੰਧਾਵਾ ਸਾਹਿਬ ਨੇ ਇਸ ਗੈਂਗਸਟਰ ਨੂੰ ਬਿਨਾਂ ਵਜ੍ਹਾ ਬਗੈਰ ਕਿਸੇ ਕਾਰਨ ਦੇ ਮੈਂ ਸਮਝਦਾ ਪੰਜਾਬ ਦੀ ਜੇਲ੍ਹ 'ਚ ਰੱਖਿਆ ਗਿਆ। ਇਹਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਆ, ਇਹਦੀ ਦੇਸ਼ ਦੀ ਸਰਵਉੱਚ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਆ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦਾ ਮੁੱਖ ਮੰਤਰੀ ਕੀ ਕਰ ਰਿਹਾ ਹੈਗਾ। ਮੈਂ ਮਹਿਸੂਸ ਕਰਦਾ ਕਿ ਜੇ ਸੂਬੇ ਦੀ ਜਾਂ ਸਰਕਾਰਾਂ ਦੀ ਇਸ ਤਰ੍ਹਾਂ ਦੀ ਕੋਆਪਰੇਸ਼ਨ ਰਹੀ
ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਜਿਹੜਾ ਹੋਰ ਵਧੇਗਾ। ਜੇ ਇੱਕ ਸੂਬੇ ਦੀ ਸਰਕਾਰ ਦੂਜੇ ਸੂਬੇ ਦੀ ਸਰਕਾਰ ਨੂੰ ਕੋਆਪਰੇਟ ਕਰਨ ਲਈ ਤਿਆਰ ਨਹੀਂ ਤੇ ਫਿਰ ਤੁਸੀਂ ਦੂਜੇ ਦੇਸ਼ਾਂ ਤੋਂ ਕੀ ਉਮੀਦ ਕਰਦੇ ਹੋ ਕਿ ਜਿਹੜੇ ਹਾਰਡਨ ਕ੍ਰਿਮੀਨਲ ਆ ਉਹਨਾਂ ਨੂੰ ਤੁਸੀਂ ਆਪਣੇ ਦੇਸ਼ ਦੇ ਵਿੱਚ ਲਿਆਓ। ਇਸ ਲਈ ਜ਼ਰੂਰੀ ਹੈ ਕਿ ਉਹਨਾਂ ਤੱਥਾਂ ਦੀ ਵੀ ਜਾਂਚ ਹੋਵੇ ਕਿ ਕਿੰਨੇ ਕੋਸ਼ਿਸ਼ ਕੀਤੀ ਹੈ ਕਿ ਇਸ ਅਪਰਾਧੀ ਨੂੰ ਉਹਦੇ ਸਜ਼ਾ ਨਾ ਮਿਲੇ, ਯੂਪੀ ਨਾ ਜਾ ਸਕੇ, ਉਹਦੇ ਵਿੱਚ ਕਿਹਦਾ ਰੋਲ ਹੈ, ਇਹਦੀ ਵੀ ਤਹਿ ਤੱਕ ਜਾਂਚ ਹੋਣੀ ਚਾਹੀਦੀ। ਹੁਣ ਇਹ ਕਹਿੰਦੇ ਆ ਕਿ ਇਹ ਤਾਂ ਡਾਕਟਰਸ ਦੀ ਰਾਏ ਸੀ। ਡਾਕਟਰ ਕਿਹਦੇ ਸੀ? ਪੰਜਾਬ ਸਰਕਾਰ ਦੇ ਔਰ ਜੇਲ੍ਹ ਵਿਭਾਗ ਦੇ, ਤੇ ਉਹਨਾਂ ਨੇ ਕਿਹਾ ਕਿ ਇਹਦੀ ਹੈਲਥ ਠੀਕ ਨਹੀਂ, ਇਹਨੂੰ ਭੇਜਿਆ ਨਹੀਂ ਜਾ ਸਕਦਾ। ਆਖਰ ਯੂਪੀ ਗਵਰਨਮੈਂਟ ਦੇ ਬਾਰ-ਬਾਰ ਕਹਿਣ ਤੇ ਜਦੋਂ ਨਹੀਂ ਭੇਜਿਆ ਗਿਆ ਔਰ ਉਹਨੂੰ ਐਂਟਰਟੇਨ ਕਰਦੇ ਸੀ ਮਿਨਿਸਟਰ ਜਾ ਕੇ। ਔਰ ਇਸੇ ਤਰ੍ਹਾਂ ਜਿਹੜੇ ਗੈਂਗਸਟਰ ਨੇ ਬਾਕੀ ਜਗ੍ਹਾ ਵੀ ਜਿਸ ਤਰ੍ਹਾਂ ਫੋਨ ਮਿਲਦੇ ਨੇ, ਫਿਰੌਤੀਆਂ ਲਈਆਂ ਜਾਂਦੀਆਂ ਨੇ ਜੇਲ੍ਹ ਚੋਂ ਪੰਜਾਬ ਦੇ ਅੰਦਰ, ਇਹਦੇ ਲਈ ਜੇਲ੍ਹ ਮੰਤਰੀ ਮੈਂ ਸਮਝਦਾ ਸਿੱਧੇ ਦੋਸ਼ੀ ਹੈ ਔਰ ਜੇਲ੍ਹ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ। ਲੋਕ ਰਾਜ ਦੇ ਅੰਦਰ ਲੋਕ ਲਾਜ ਬਹੁਤ ਜ਼ਰੂਰੀ ਹੁੰਦੀ ਹੈ, ਇਹਨਾਂ ਨੂੰ ਲੋਕਾਂ ਦੀ ਸ਼ਰਮ ਵੀ ਨਹੀਂ ਹੈ। ਅੱਜ ਸੁਪਰੀਮ ਕੋਰਟ ਆਫ ਇੰਡੀਆ ਨੇ ਇਹ ਦੱਸਤਾ ਕਿ ਪੰਜਾਬ ਸਰਕਾਰ ਗਲਤ ਰਸਤੇ ਤੇ ਹੈ, ਪੰਜਾਬ ਸਰਕਾਰ ਗੈਂਗਸਟਰਾਂ ਦੀ ਮਦਦ ਕਰਦੀ ਹੈ। ਉਹਨਾਂ ਨੂੰ ਆਦੇਸ਼ ਦੇਣਾ ਪਿਆ ਕਿ ਇਸ ਨੂੰ 2 ਹਫ਼ਤਿਆਂ 'ਚ ਉੱਥੇ ਭੇਜੋ ਤਾਂ ਕਿ ਇਹ ਆਪਣੇ ਜੁਰਮ ਦਾ ਸਾਹਮਣਾ ਕਰ ਸਕੇ ਔਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਗੈਂਗਸਟਰ, ਉਹਨਾਂ ਨੂੰ ਪ੍ਰੋਤਸਾਹਨ ਨਾ ਮਿਲੇ। ਇਹ ਮੈਂ ਸੁਪਰੀਮ ਕੋਰਟ ਦੀ ਜੱਜਮੈਂਟ ਦੀ ਜਿਹੜੀ ਅਸੀਂ ਸ਼ਲਾਘਾ ਕਰਦੇ ਹਾਂ ਔਰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਪ੍ਰਿੰਕਾ ਗਾਂਧੀ ਵਡੇਰਾ ਦੇ ਕਹਿਣ ਦੇ ਉੱਤੇ ਉਹਨੂੰ ਬਚਾਇਆ ਜਾ ਰਿਹਾ ਹੈ। ਪੰਜਾਬ ਦੀ ਜੇਲ੍ਹ 'ਚ 7 ਸਟਾਰ ਉਹਨੂੰ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ, ਰੈੱਡ ਕਾਰਪਟ ਵਿਛਾਇਆ ਜਾ ਰਿਹਾ ਹੈ ਔਰ ਪਿਛਲੇ 2 ਸਾਲ ਤੋਂ ਮਹਾਮੰਡਿਤ ਕੀਤਾ ਜਾ ਰਿਹਾ ਹੈ। ਹਾਲਾਤ ਹੈ ਵੇ ਕਿ ਗੈਂਗਸਟਰ ਪੰਜਾਬ ਸਰਕਾਰ ਦਾ ਮਹਿਮਾਨ ਬਣਿਆ ਹੈ, ਪੰਜਾਬ ਸਰਕਾਰ ਦਾ ਜੇਲ੍ਹ 'ਚ 7 ਸਟਾਰ ਕਲਚਰ 'ਚ ਉਹਨੂੰ ਰੱਖਿਆ ਜਾ ਰਿਹਾ ਹੈ ਔਰ ਦੂਸਰੇ ਪਾਸੇ ਜੇਲ੍ਹ ਮੰਤਰੀ ਯੂਪੀ ਜਾਂਦੇ ਨੇ, ਗੱਡੀਆਂ, ਹੋਟਲ, ਰਹਿਣਾ ਬਹਿਣਾ, ਖਾਣਾ, ਗੈਂਗਸਟਰ ਦੇ ਗੁਰਗੇ ਕਰ ਰਹੇ। ਕਿਸ ਪਾਸੇ ਅਸੀਂ ਪੰਜਾਬ ਨੂੰ ਲਿਜਾਣਾ ਚਾਹ ਰਹੇ? ਪੰਜਾਬ ਦੇ ਲਾਅ ਐਂਡ ਆਰਡਰ ਨੂੰ ਗੈਂਗਸਟਰ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੰਜਾਬੀ ਭਾਸ਼ਾ ਦਾ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਕਿਉਂਕਿ ਇੱਕ ਨਵੇਂ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦੇ ਉੱਤੇ ਖਤਰਾ ਮੰਡਰਾਉਣ ਲੱਗਿਆ, ਜਿਸ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਇਆ। ਸੁਖਦੇਵ ਢੀਂਡਸਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਪੰਜਾਬੀ ਭਾਸ਼ਾ ਦੇ ਸਨਮਾਨ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਲੈਂਗੁਏਜ ਜਿਹੜੀ ਮੈਂ ਸਮਝਦਾ ਵੀ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਪੰਜਾਬੀ ਦਾ। ਪਹਿਲਾਂ ਪਾਕਿਸਤਾਨ 'ਚ ਬਹੁਤ ਵੱਡਾ ਹਿੱਸਾ ਰਹਿ ਗਿਆ, ਉਹ ਅਜੇ ਵੀ ਪੰਜਾਬੀ ਬੋਲਦੇ ਆ। ਫਿਰ ਹਿਮਾਚਲ 'ਚ ਬਹੁਤ ਜ਼ਿਆਦਾ ਰਹਿ ਗਿਆ ਤੇ ਉਹ ਸਾਰੇ ਪੰਜਾਬੀ ਬੋਲਦੇ ਆ। ਜੰਮੂ ਕਸ਼ਮੀਰ 'ਚ ਆਇਆ, ਜੰਮੂ ਸਾਰਾ ਪੰਜਾਬੀ ਬੋਲਦਾ, ਕਸ਼ਮੀਰ 'ਚ ਪੰਜਾਬੀ ਬੋਲਦੇ ਆ, ਉੱਥੇ ਨਹੀਂ ਉਹਨਾਂ ਨੂੰ ਲੈਂਗੁਏਜ 'ਚ ਰੱਖਿਆ। ਤੇ ਹੁਣ ਹਰਿਆਣੇ 'ਚ ਪੰਜਾਬੀ ਬੋਲਦੇ ਇਲਾਕੇ ਬਹੁਤ ਰਹਿ ਗਏ, ਉਹਦੇ 'ਚ ਵੀ ਸਾਡੀ ਹੈ। ਪਰ ਉਹ ਜਿਹੜੀ ਨੈਸ਼ਨਲ ਲੈਂਗੁਏਜ ਹੈ ਉਹਦੇ 'ਚ ਪੰਜਾਬੀ ਲੈਂਗੁਏਜ ਹੀ ਨਹੀਂ ਰੱਖੀ। ਦੱਸੋ ਇੰਨੀ ਵੱਡਾ ਕੀ ਨੁਕਸਾਨ ਕਰ ਸਕਦੀ ਹੈ ਸਰਕਾਰ ਜੇ ਪੰਜਾਬੀ 'ਚ ਨਹੀਂ ਰੱਖਣੀ। ਇਸ ਕਰਕੇ ਮੇਰੀ ਅਪੀਲ ਹੈ ਕਿ ਨਵੀਂ ਪਾਲਿਸੀ 'ਚ ਇਹਨਾਂ 'ਚ ਪੰਜਾਬੀ ਨੂੰ ਜ਼ਰੂਰ ਵਿੱਚ ਰੱਖਿਆ ਜਾਵੇ। ਸਰ, ਇਸ ਤੋਂ ਪਹਿਲਾਂ ਕਸ਼ਮੀਰ ਦੇ ਵਿੱਚ ਵੀ ਮੁੱਖ ਭਾਸ਼ਾ ਦੇ ਵਿੱਚ ਨਹੀਂ ਰੱਖੀ ਗਈ। ਉਦੋਂ ਵੀ ਸਾਡੀ ਲੜਾਈ ਹੋਈ, ਉਦੋਂ ਵੀ ਕਹਿੰਦੇ ਰਹੇ ਅਸੀਂ ਕਿ ਪੰਜਾਬੀ ਲੈਂਗੁਏਜ ਸਾਰੇ ਬੋਲਦੇ ਆ। ਉਹਨੂੰ ਪੁੱਛੋ, ਡਾਕਟਰ ਜਤਿੰਦਰ ਨੂੰ ਦੇਖ ਲਓ, ਡਾਕਟਰ ਫਰੂਕ ਅਬਦੁੱਲਾ ਨੂੰ ਦੇਖ, ਸਾਰੇ ਪੰਜਾਬੀ ਬੋਲਦੇ ਨੇ, ਲੇਕਿਨ ਉੱਥੇ ਵੀ ਨਹੀਂ ਕਿਸੇ ਨੇ ਰੱਖੀ। ਕਿੱਦਾਂ ਲੜਾਈ ਲੜੋਗੇ ਅੱਗੇ ਤੁਸੀਂ? ਲੜਾਈ ਹੁਣ ਲੜਾਂਗੇ, ਦੇਖਦੇ ਹਾਂ ਜੀ। ਲੜਾਈਆਂ ਤਾਂ ਅੱਜ ਕੱਲ੍ਹ ਕਿਸਾਨੀ ਦਾ ਲੜਾਈ ਲੜ ਰਹੇ ਪਹਿਲਾਂ, ਫਿਰ ਦੇਖਦੇ ਹਾਂ ਉਸ ਤੋਂ ਬਾਅਦ ਇਹਦੀ ਵੀ ਲੜਾਂਗੇ। ਦੇਖੋ, ਮੇਨ ਲੀਡ ਹੀ ਪੰਜਾਬ ਤੇ ਹਰਿਆਣਾ ਕਰ ਰਹੇ ਨੇ, ਤੇ ਜਾਂ ਵੈਸਟਰਨ ਯੂਪੀ ਟਕੈਤ ਸਾਹਿਬ ਉਹ ਕਰ ਰਹੇ ਨੇ। ਹੋਰ ਤਾਂ ਦੇਸ਼ 'ਚ ਬਹੁਤੀਆਂ ਸਪੋਰਟ ਤਾਂ ਹੈਗੀ ਆ, ਲੇਕਿਨ ਜ਼ਿਆਦਾ ਉਹਨਾਂ ਨਾਲ ਆਰਗੇਨਾਈਜ਼ ਰਹੇ ਨਹੀਂ ਉਹਨਾਂ ਦੀ। ਇੱਥੇ ਹੀ ਆਰਗੇਨਾਈਜ਼ਡ ਹੈਗੇ ਨੇ ਜਿਹੜੇ ਕਿਸਾਨ ਵੀ ਮਜ਼ਦੂਰ ਵੀ, ਆਰਗੇਨਾਈਜੇਸ਼ਨਾਂ ਇੱਥੇ ਹੀ ਨੇ। ਉਹਨਾਂ ਬਾਕੀ ਸਟੇਟਾਂ 'ਚ ਉਸ ਤਰ੍ਹਾਂ ਵੈਲ ਆਰਗੇਨਾਈਜ਼ਡ ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਨਹੀਂ ਹਨ। ਉਧਰ ਬੀਤੇ ਦਿਨੀ ਬੰਦ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲਾਂ ਵੀ ਰੋਕੀਆਂ ਗਈਆਂ ਸੀ। ਨਾ ਰੁਕੀਆਂ ਰੇਲਾਂ ਦੇ ਵਿੱਚ ਜੋ ਯਾਤਰੀ ਬੈਠੇ ਸੀ ਉਹਨਾਂ ਦੀ ਗੱਲਬਾਤ ਸੁਣਾਉਂਦੇ ਆ ਕਿ ਆਖਿਰਕਾਰ ਇਸ ਰੁਕੀ ਟ੍ਰੇਨ ਦੇ ਦਰਮਿਆਨ ਉਹਨਾਂ ਯਾਤਰੀਆਂ ਨੇ ਜਿਨ੍ਹਾਂ ਨੇ ਇਸ ਦਰਮਿਆਨ ਕਾਫੀ ਸਮਾਂ ਇਸ ਚੀਜ਼ ਦਾ ਇੰਤਜ਼ਾਰ ਕੀਤਾ ਕਿ ਕਦੋਂ ਤੱਕ ਰੁਕਣਾ ਪਏਗਾ ਉਹਨਾਂ ਨੂੰ, ਉਹਨਾਂ ਦਾ ਕੀ ਕੁਝ ਕਹਿਣਾ, ਉਹਨਾਂ ਦਾ ਪੱਖ ਵੀ ਸੁਣਾਵਾਂਗੇ। हम यहाँ मुक्तसर से चले थे और सहारनपुर के लिए चले थे।
और जो कि पूरी सर्विस थी इसकी, और इमरजेंसी के कारण ये यहाँ पे चापे में रुक गई, जिसका हमें बहुत परेशानी का सामना करना पड़ रहा है, परेशानियों का। और जो केंद्र सरकार से, हमारी मोदी सरकार से अपील है कि जो किसानों की मांगे उनको पूरा करें। ट्रेन तो वैसे इन्होंने किसान जत्थेबंदी तो वैसे ही समर्थन करते, ਜਿਹੜੇ ਨੇ ट्रेन रोके ना बहुत ਮਾੜਾ ਕੰਮ ਕੀਤਾ। ਇਹਦੇ ਵਿੱਚ ਨਾ ਬਹੁਤ ਯਾਤਰੀ ਪਰੇਸ਼ਾਨ ਹੋ ਰਹੇ, ਅਸੀਂ ਇੰਨਾ ਹੋ ਰਿਹਾ। ਅੱਜ ਮੇਰਾ ਅੱਖ ਦਾ ਆਪਰੇਸ਼ਨ ਸੀਗਾ, ਮੈਨੂੰ ਡਾਕਟਰ ਸਾਹਿਬ ਨੇ 3 ਵਜੇ ਦਾ ਟਾਈਮ ਦਿੱਤਾ ਸੀਗਾ, ਤੇ ਅੱਜ ਅਸੀਂ ਇੱਥੇ ਬੈਠੇ, ਮੈਨੂੰ ਐਸ ਅੱਖ, ਸੱਜੀ ਅੱਖ ਤੋਂ ਦਿਖਦਾ ਨਹੀਂ। ਸਾਡੀ ਦਿੱਲੀ ਟ੍ਰੇਨ ਸੀ, ਦਿੱਲੀ ਜਾਣਾ ਸੀਗਾ ਅਸੀਂ, ਰਾਤ ਨੂੰ ਸਾਡੀ ਟਿਕਟ ਬੁੱਕ ਹੋ ਗਈ ਸੀਗੀ ਆਨਲਾਈਨ, ਤੇ ਹੁਣ ਸਾਨੂੰ ਪਰੇਸ਼ਾਨੀ ਹੋਈ ਜਾਂਦੀ ਹੈ। ਸ਼ਾਮ ਨੂੰ 6 ਵਜੇ ਚੱਲੂਗੀ, ਉਹ ਤੱਕ ਬੈਠੇ ਆ ਬੱਚੇ ਵੀ ਸਾਡੇ ਨਾਲ, ਤੰਗ ਹੋਈ ਜਾਂਦੇ ਆ। जब मैं बठिंडा से चली थी और अब यहाँ पे से 50 किलोमीटर बठिंडा से आगे आके हमें इतना लंबा सफ़र तय करना है यूपी तक का, और यहाँ 12 घंटे का ब्रेक होगा, इतना लंबा, मतलब हम टाइम मैनेजमेंट भी नहीं कर पा रहे हैं अपने हिसाब से। अब कैसे, मतलब इतनी परेशानी का सामना करना पड़ रहा है हमें, हम कितना लेट हो जाएंगे, किस टाइम पहुँचेंगे, इतनी प्रॉब्लम फेस करनी पड़ेगी हमें, हमारे साथ कोई और है भी नहीं। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।